ਹੁਣ ਸੱਪਾਂ ਦਾ ਜ਼ਹਿਰ ਬੰਦੇ ਮਾਰਨੋਂ ਹਟ ਗਿਆ, ਕਿਉਂਕਿ ਸੱਪਾਂ ਨਾਲੋਂ ਵੱਧ ਜ਼ਹਿਰ ਤਾਂ ਬੰਦੇ ਨਾਲ ਹੀ ਚੱਕੀ ਫਿਰਦੇ। ਤਾਇਆ ਚਾਚਾ ਇਹ ਰਿਸ਼ਤੇ ਕਿੰਨੇ ਖੂਬਸੂਰਤ ਆ, ਅਸੀਂ ਕਦੇ ਸੋਚ ਕੇ ਦੇਖਿਆ, ਅਸੀਂ ਸਮਝ ਕੇ ਦੇਖਿਆ? ਅਸੀਂ ਤਾਂ ਇੱਕ ਸ਼ਬਦ ਚੜੇ ਪਏ ਆ, ਸ਼ਰੀਕਾ। ਉਹਨਾਂ ਦੇ ਜਿਨ੍ਹਾਂ ਨੇ ਮਾਰਿਆ, ਜਿਹੜੇ ਦੋਸ਼ੀ ਨੇ, ਉਹਨਾਂ ਦੇ ਬੇਟੇ ਦਾ ਬਿਆਨ ਆਉਂਦਾ, ਕਹਿੰਦੇ ਇਹਨਾਂ ਦੇ ਦਿਮਾਗ ਦਾ ਵੀ ਆਪਰੇਸ਼ਨ ਹੋਇਆ। ਪੁਲਿਸ ਵੀ ਇਹ ਕਹਿੰਦੀ ਹੈ 5 ਸਾਲ ਪਹਿਲਾਂ ਦਿਮਾਗ ਦਾ ਆਪਰੇਸ਼ਨ ਹੋਇਆ ਸੀ। ਤੇ ਜਿਹੜਾ ਦੋਸ਼ੀ ਆ ਉਹਦਾ ਬੇਟਾ ਕਹਿੰਦਾ ਕਿ ਦਿਮਾਗੀ ਅਪਸੈਟ। ਘਰ ਦੀ ਕਦੇ ਸੂਈ ਸਿੱਟੀ ਆ ਬਾਹਰ। ਉਹਦਾ ਤਾਇਆ ਵੀ ਆ ਤੇ ਉਹਦੇ ਮਾਸੜ ਵੀ ਆ। ਉਹ ਹੁਣ ਇਹ ਗੱਲ ਆਖ ਰਿਹਾ, ਕਹਿੰਦਾ ਕਿ ਮੁੰਡਾ ਜਿਹੜਾ ਸਹਿਜਪ੍ਰੀਤ ਬੱਚਾ ਮਾਰਿਆ, ਕਹਿੰਦਾ ਇਹਦੀ ਮਾਂ ਮੈਨੂੰ ਰਾਮੂ ਰਾਮੂ ਕਹਿ ਕੇ ਬੁਲਾਉਂਦੀ ਸੀ। ਦੱਸੋ ਇਹ ਗੱਲ। ਹਾਂ ਵੀ ਐਦੂ ਵੱਧ ਹੁਣ ਹਉਮੈ ਕੀ ਹੋਊਗੀ ਸਾਨੂੰ? ਕਿਹੜੀ ਹੰਕਾਰ ਦੀ ਪੰਡ ਚੱਕੀ ਫਿਰਦੇ ਆ, ਧਰਤੀ ਤੇ ਲੀਕਾਂ ਮਾਰ ਕੇ ਐਵੇਂ ਯਾਰ ਲੜੀ ਜਾਂਦੇ ਆ, ਭਿੜੀ ਜਾਂਦੇ ਆ। ਜਿਉਂਦੇ ਜੀ ਇੱਕ ਦੋ ਭਰਾ ਦੇ ਦੁਸ਼ਮਣ ਬਣੇ ਰਹਿਣਗੇ, ਜਦੋਂ ਮਰ ਜਾਂਦਾ ਫਿਰ ਬਿਗਲਾਬ ਬੈਣ ਪਾਈ ਜਾਂਦੇ ਆ। ਯਾਰ ਜੀ ਦਾ ਕਰਨਾ ਘੱਟ ਕਰ ਲਓ, ਜਿਉਂਦੇ ਜੀ ਕਰ ਲਓ ਬਾਈ। ਨਹੀਂ ਅਗਲਾ ਕਹੂ ਤੂੰ ਕਿਸੇ ਦਾ ਕੀ ਕਰੇਂਗਾ, ਉਹ ਆਪਦੇ ਭਰਾਵਾਂ ਨੂੰ ਤਾਂ ਤੂੰ ਐ ਮਾਂਜੀ ਬੈਠਾ, ਐਂ ਪੂੰਜੇ ਲਾਈ ਬੈਠਾ। ਅੱਖ ਜੇ ਭਰਾਵਾਂ ਦੀ ਦੂਜੇ ਭਰਾ ਦੀ ਜ਼ਮੀਨ ਤੇ ਆ, ਐਂਡ ਤੇ ਤਾਂ ਗੱਲਾਂ ਇੱਥੇ ਹੀ ਜਾਂਦੀਆਂ ਨੇ। ਲਾਲਚੀ ਆ, ਹਉਮੈ ਵੀ ਕਿਉਂ ਆ ਬੰਦੇ 'ਚ? ਹਉਮੈ ਆਉਂਦੀ ਆ ਕਿਸੇ ਗੱਲ ਨੂੰ ਲੈ ਕੇ ਵੀ ਮੇਰੇ ਕੋਲੇ ਤਾਂ ਆ ਯਾਰ, ਮੈਨੂੰ ਐ ਸਿੱਧਾ ਨਾ ਲੈ ਕੇ ਕਿਵੇਂ ਬੁਲਾਇਆ ਜਾ ਸਕਦਾ। ਤੇ ਉਹਦਾ ਭਤੀਜਾ ਬੰਦੇ ਦਾ ਜਵਾਬ ਦਿੰਦਾ ਉਹ ਬੱਚੇ ਨੂੰ, ਕਹਿੰਦਾ ਐ ਕਿਵੇਂ ਕੁੱਟੂ, ਮੇਰਾ ਚਾਚਾ ਆਜੂ ਰਗਾਂ ਪਾੜ ਦੂ ਰਗਾਂ। ਬਾਈ ਮੇਰਾ ਗੱਚ ਭਰਦਾ ਗੱਲ ਕਹਿੰਦੇ ਦਾ, ਆ ਰਿਸ਼ਤਿਆਂ ਦਾ ਮਾਂ ਰਗਾਂ ਪਾੜ ਦੂ। ਤਾਂ ਮੇਰੀ ਇਹ ਸਾਰਿਆਂ ਨੂੰ ਅਪੀਲ ਆ ਵੀ ਆਪਦੇ ਮਨ ਚੋਂ ਵੀ ਇਹ ਕੱਢੋ। ਇਹ ਕੰਪੀਟੀਸ਼ਨ ਇਹ ਹੋਰ ਆ, ਆਪਾਂ ਚੈਨਲਾਂ 'ਚ ਵੀ ਦੇਖਦੀ ਆ, ਚੈਨਲਾਂ 'ਚ ਕੰਪੀਟੀਸ਼ਨ ਆ, ਬੰਦਿਆਂ 'ਚ, ਬਲੌਗਰਾਂ 'ਚ। ਐਂਡ ਤੇ ਸਾਰ ਇੱਕ ਆ ਮਿੱਤਰੋ, ਸਾਹਮਣੇ 2 ਵੇਲੇ ਦੀ ਖਾਣੀ ਆ ਤੇ ਇੱਕ ਵਾਰੀ ਮਰਨਾ। ਉਹ ਮਰਨ ਤੋਂ ਪਹਿਲਾਂ ਤੁਸੀਂ ਕਿਹੋ ਜਿਹੇ ਕੰਮ ਕਰਨੇ ਆ ਉਹ ਤੁਹਾਡੇ ਹੱਥ ਆ, ਕਿਉਂਕਿ ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਟ੍ਰੇਨਾਂ ਆਈ ਤੁਰਨੀਆਂ, ਤੈਂ ਤੇ ਮੈਂ ਆਈ ਤੁਰਨੀ। ਪੰਜਾਬ ਦੇ ਵਿੱਚ ਅੱਜ ਐਸੀ ਘਟਨਾ ਹੋਈ ਜਿਸ ਨੇ ਰਿਸ਼ਤਿਆਂ ਨੂੰ ਹੀ ਸ਼ਰਮਸ਼ਾਰ ਕਰ ਦਿੱਤਾ। ਇੱਕ ਤਾਏ ਨੇ ਆਪਣੇ ਭਤੀਜੇ ਨੂੰ ਹੀ ਨਹਿਰ ਦੇ ਵਿੱਚ ਡੋਬ ਕੇ ਮਾਰ ਦਿੱਤਾ। ਆਖਿਰ ਕੀ ਗੱਲਬਾਤ ਹੋਈ ਕਿ ਉਸਦੇ ਤਾਏ ਨੂੰ ਇਸ ਹੱਦ ਤੱਕ ਜਾਣਾ ਪਿਆ? ਨਵਰੀਤ ਬਾਈ ਮੇਰੇ ਨਾਲ ਨੇ, ਇਸ ਤੇ ਚਰਚਾ ਕਰਦੇ ਆ। ਤਾਂ ਬਾਈ, ਬਹੁਤ ਮੰਦਭਾਗੀ ਘਟਨਾ ਜਿਹੜੀ ਲੁਧਿਆਣੇ ਦੇ ਵਿੱਚ ਹੋਈ ਆ, ਆਖਿਰ ਇਸ ਹੱਦ ਤੱਕ ਕਿਉਂ ਪਹੁੰਚਣਾ ਪਿਆ? ਮੰਦਭਾਗੀ ਤਾਂ ਗਗਨ ਹੈਗੀ ਆ, ਬਹੁਤ ਮੰਦਭਾਗੀ ਆ, ਮਾੜੀ ਗੱਲ ਆ ਬਾਈ। ਅਸੀਂ ਸ਼ਾਇਦ ਨਾ ਜਦੋਂ ਆਉਂਦੇ ਸੀ ਰਾਹ 'ਚ ਤਾਂ ਬਾਈ ਜਿਹੜੇ ਮੇਰੇ ਨਾਲ ਬੈਠੇ ਸੀ ਉਹਨਾਂ ਨੇ ਗੱਲ ਇੱਕ ਸੁਣਾਈ, ਕਹਿੰਦੇ ਵੀ ਹੁਣ ਸੱਪਾਂ ਦਾ ਜ਼ਹਿਰ ਬੰਦੇ ਮਾਰਨੋਂ ਹਟ ਗਿਆ, ਕਿਉਂਕਿ ਸੱਪਾਂ ਨਾਲੋਂ ਵੱਧ ਜ਼ਹਿਰ ਤਾਂ ਬੰਦੇ ਨਾਲ ਹੀ ਚੱਕੀ ਫਿਰਦੇ ਆ। ਇਹ ਸੱਚ ਆ ਬਾਈ। ਇਹ ਜ਼ਮੀਨਾਂ, ਇਹ ਲੀਕਾਂ ਜਿਹੜੀਆਂ ਧਰਤੀ ਤੇ ਮਾਰੀਆਂ ਅਸੀਂ, ਹਨਾ, ਇਹ ਹਉਮੈ ਜਿਹੜੀ ਵਧੀ ਪਈ ਆ। ਬਹੁਤ ਕੁਛ ਸਮਾਜ 'ਚ ਇਹੋ ਜਿਹਾ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਪਹਿਲਾਂ ਤਾਂ ਅਸੀਂ ਐਂ ਸਮਝਾਂਗੇ ਵੀ ਇਹ ਘਟਨਾ ਮਾੜੀ, ਕਿੰਨੀ ਮਾੜੀ ਆ। ਕੋਈ ਵੀ ਕਤਲ, ਕੋਈ ਵੀ ਨੁਕਸਾਨ ਕਦੇ ਵੀ ਕੋਈ ਚੰਗਾ ਨਹੀਂ ਹੁੰਦਾ। ਪਹਿਲਾਂ ਤਾਂ ਇਹ ਦੇਖੋ ਵੀ ਇੱਕ ਕਤਲ ਹੀ ਮਾੜੀ ਚੀਜ਼ ਹੈ, ਫਿਰ ਇੱਕ ਇਨਸਾਨ ਦਾ ਕਤਲ, ਫਿਰ ਇੱਕ ਬੱਚੇ ਦਾ ਕਤਲ, ਤੇ ਫਿਰ ਤਾਏ ਵੱਲੋਂ ਯਾਰ ਭਤੀਜੇ ਦਾ ਕਤਲ। ਤਾਇਆ ਚਾਚਾ ਇਹ ਰਿਸ਼ਤੇ ਕਿੰਨੇ ਖੂਬਸੂਰਤ ਆ, ਅਸੀਂ ਕਦੇ ਸੋਚ ਕੇ ਦੇਖਿਆ, ਅਸੀਂ ਸਮਝ ਕੇ ਦੇਖਿਆ? ਅਸੀਂ ਤਾਂ ਇੱਕ ਸ਼ਬਦ ਚੜੇ ਪਏ ਆ, ਸ਼ਰੀਕਾ। ਪਤਾ ਨਹੀਂ ਕਿਹਨੇ ਕਹਤਾ ਵੀ ਯਾਰ ਤੁਹਾਡੇ ਚਾਚੇ ਤਾਏ ਹਨਾ ਵੀ ਸ਼ਰੀਕਾ ਹੁੰਦਾ, ਆਹ ਚੀਜ਼ਾਂ ਹੁੰਦੀਆਂ ਹਨਾ। ਸ਼ਬਦ 'ਚ ਭਾਵ ਤਾਂ ਅਸੀਂ ਭਰਿਆ ਨਾ। ਕੀ ਹੁੰਦਾ ਚਾਚਾ, ਕੀ ਹੁੰਦਾ ਤਾਇਆ? ਮੈਨੂੰ ਇੱਕ ਗੀਤ ਯਾਦ ਆਉਂਦਾ, ਮੈਨੂੰ ਯਾਦ ਆ ਜਦੋਂ ਆਇਆ ਸੀ ਮੈਂ ਸਾਲ, ਮੇਰੀ ਗੱਡੀ 'ਚ ਹੋਰ ਕੋਈ ਗੀਤ ਹੀ ਨਹੀਂ ਵੱਜਿਆ ਸੀ। ਉਹ ਗੀਤ ਸੀ, ਰੱਖੀ ਨਿਗਾਹ ਤੂੰ ਗੱਡੀ ਪਹੀ ਉੱਤੇ ਠੱਲ ਕੇ, ਮੈਂ ਕੇਰਾ ਰਫਲ ਲਿਆਵਾਂ ਘਰੋਂ ਚੱਲ ਕੇ, ਸੁੱਕੇ ਨਾ ਟੱਪਾ ਦੀ ਚਾਚਿਆ। ਉਹ ਸਾਡੀ ਤਾਂ ਵਾਰਦਾਤ ਵੀ ਚਾਚੇ ਨਾਲ ਹੈ, ਹਾਲਾਂਕਿ ਗਲਤ ਉਹ ਵੀ ਆ, ਪਰ ਜੇ ਕੋਈ ਬਣੀ ਆਈ ਹੋਵੇ ਕਿਸੇ ਦੀ, ਕੋਈ ਨਜਾਇਜ਼ ਹੀ ਕਰਦਾ ਹੋਵੇ, ਤਾਂ ਵੀ ਅਸੀਂ ਚਾਚੇ ਨੂੰ ਹੀ ਨਾਲ ਲੈ ਜਾਂਦੇ ਆ। ਇਹ ਚਾਚੇ, ਇਹ ਤਾਏ, ਇਹ ਐਡੇ ਕਰੀਬੀ ਰਿਸ਼ਤੇ ਆ ਬਾਈ। ਹੁਣ ਮੈਂ ਅਸੀਂ 2 ਕਾਰਨਾਂ ਕਰਕੇ ਗੱਲ ਕਰ ਰਹੇ ਹਾਂ। ਇੱਕ ਤਾਂ ਇਹ ਕਾਰਨ, ਗੱਲ ਬੜੀ ਮਾੜੀ ਆ, ਇਹ ਘਟਨਾ ਬੜੀ ਮਾੜੀ ਆ, ਇਹ ਨਹੀਂ ਹੋਣੀ ਚਾਹੀਦੀ ਸੀ। ਪਰ ਅਸੀਂ ਦੂਜੇ ਨੈਰੇਟਿਵ ਤੇ ਵੀ ਜਾਵਾਂਗੇ, ਜਿਹੜਾ ਨੈਰੇਟਿਵ ਕਹਿੰਦਾ ਵੀ ਕੋਈ ਕਿਸੇ ਦਾ ਨਹੀਂ, ਠੀਕ ਆ, ਕੋਈ ਰਿਸ਼ਤਿਆਂ 'ਚ ਨਹੀਂ ਰਿਹਾ, ਇਹੋ ਜਿਹੀ ਵੀ ਗੱਲ ਨਹੀਂ। ਇੱਕ ਅੱਧੀ ਘਟਨਾ ਪੂਰੇ ਸਮਾਜ ਨੂੰ ਰੀਪ੍ਰੈਜ਼ੈਂਟ ਵੀ ਨਹੀਂ ਕਰਦੀ, ਪਰ ਜਿਹੜੀ ਇਹ ਰਿਸ਼ਤਿਆਂ ਦੇ ਵਿੱਚ ਇੰਨੀ ਤਕਰਾਰ ਆ ਰਹੀ ਹੈ, ਇਹਦੇ ਵੀ ਕਾਰਨ ਹੈ। ਕੀ ਹੁੰਦੇ ਆ ਚਾਚੇ ਤਾਏ? ਠੀਕ ਆ, ਪਹਿਲੀ ਗੱਲ ਤਾਂ ਇਹ ਆ ਬਾਈ, ਆ ਸਾਡੀਆਂ ਆਹ ਪੀੜ੍ਹੀ ਆ, ਕੋਈ ਸ਼ਾਇਦ ਹੀ ਅਗਲੀ ਪੀੜ੍ਹੀ ਹੋਵੇ ਜਿਹਨੂੰ ਚਾਚੇ ਤੇ ਮਾਸੀ ਮੂਸੀ ਤੇ ਤਾਏ ਹਨਾ ਇਹਨਾਂ ਦਾ ਪਤਾ ਹੋਵੇ। ਨਹੀਂ ਤਾਂ ਉਹੀ ਸਾਰੇ ਇਕੱਲੇ ਇਕੱਲੇ ਹੈਗੇ ਆ ਯਾਰ, ਕਿਹਨੇ ਕਿਹਦੇ ਨਾਲ ਲੜਨਾ।
ਜਿਹੜੇ ਹੈਗੇ ਆ ਰਿਸ਼ਤੇ ਘੱਟੋ ਘੱਟ ਉਹ ਸਾਂਭ ਕੇ ਉਹਨਾਂ 'ਚ ਅਸੀਂ ਥੋੜੀ ਬਹੁਤੀ ਅਕਲ ਦੀ ਗੱਲ ਕਰਨੀ ਸਿੱਖ ਲਈਏ। ਮੈਂ ਚਾਚੇ ਤੋਂ, ਤੁਸੀਂ ਗੱਲ ਯਾਦ ਆਈ ਮੈਨੂੰ ਨਾ, ਚਾਚੇ ਤੋਂ ਇੱਕ ਘਟਨਾ ਯਾਦ ਆਉਂਦੀ ਆ। ਮੈਂ ਨਿੱਕਾ ਜਿਹਾ ਸੀ, ਮੈਨੂੰ ਕਿਸੇ ਉਹੀ ਮਤਲਬ ਹੁਣ ਘਰੇ ਗੱਲਾਂ ਹੁੰਦੀਆਂ ਹੀ ਆ ਹਨਾ, ਕੇਰਾਂ ਕਿਸੇ ਦਾ ਕੁਝ ਦੁਖਦਾ ਸੀ, ਕੁਝ ਅਸਕੀਰੀ ਵਾਲਾ ਆਇਆ ਸੀ ਹਨਾ, ਉਹ ਕਹਿੰਦਾ ਵੀ ਦਾਦੇ ਕੋਲੇ ਬੈਠਾ ਮੇਰੇ ਕੋਲੇ, ਅਸੀਂ ਦਾਦੇ ਨੂੰ ਮੈਂ ਕੱਟੜੇ ਜੱਟ ਕਹਿਣਾ ਹੁੰਦਾ ਹਨਾ, ਕੱਟੜੇ ਜੱਟ ਕੋਲੇ ਬੈਠਾ, ਉਹਨੂੰ ਕਹਿੰਦਾ ਵੀ ਮੇਰੇ ਤਾਂ ਯਾਰ ਹੱਡ ਪੈਰ ਬਹੁਤ ਦੁਖੀ ਜਾਂਦੇ ਆ ਤਾਇਆ, ਤੇ ਹੁਣ ਦਾਦਾ ਕਹਿੰਦਾ ਮੇਰਾ, ਕਹਿੰਦਾ ਫਿਰ ਤੂੰ ਪੈਗ ਲਾ ਲਾ ਹਟ ਜੂ। ਤੇ ਮੇਰਾ ਵੀ ਇੱਕ ਵਾਰੀ ਕੀ ਹੋਇਆ, ਮੇਰੇ ਕੰਨ 'ਚ ਬਹੁਤ ਜ਼ਿਆਦਾ ਪੀੜ ਹੋਵੇ, ਮਤਲਬ ਹਨਾ ਦੰਦ ਦਾ, ਕੰਨ ਦਾ, ਇਹ ਦਰਦ ਬੜੇ ਆਪਾਂ ਨੂੰ ਵੀ ਪਤਾ, ਸਿੱਧੇ ਟਸ ਟਸ ਕਰਦਾ ਹੁੰਦਾ ਤੁਹਾਨੂੰ ਦਿਮਾਗ ਤੱਕ ਵੀ। ਤੇ ਮੈਨੂੰ ਉਹ ਗੱਲ ਯਾਦ ਆ ਗਈ। ਹੁਣ ਮੈਂ ਘਰੇ ਮੰਮੀ ਦੀ ਬੁੱਕਲ 'ਚ ਪਿਆ ਤੇ ਮੈਂ ਚਾਚਾ ਮੇਰੇ ਕੋਲੇ ਬੈਠਾ, ਮੈਂ ਚਾਚੇ ਤੋਂ ਦਾਰੂ ਮੰਗੀ ਜਾਂਦਾ, ਮੈਂ ਚਾਚਾ ਮੈਨੂੰ ਦਾਰੂ ਦੇ ਦੇ, ਮੇਰੇ ਦਰਦ ਹਟ ਜੂ, ਮੈਨੂੰ ਦਾਰੂ ਦੇ ਦੇ ਹਨਾ। ਤੇ ਮੇਰਾ ਚਾਚਾ ਨਾ ਪੂਰਾ ਭਾਵੁਕ ਹੋ ਕੇ ਮੈਨੂੰ ਕਹਿੰਦਾ, ਲੱਗੇ ਉਹਦੇ ਵੀ ਸੀ 2 ਪੈਗ, ਮੈਨੂੰ ਕਹਿੰਦਾ ਪੁੱਤ ਦਾਰੂ 'ਚ ਤਾਂ ਮੈਂ ਤੈਨੂੰ ਨਮਾ ਦਿਆਂ, ਪਰ ਗੱਲ ਕੀ ਹੈ ਤੇਰੀ ਮਾਂ ਨੇ ਤੈਨੂੰ ਪੀਣ ਨਹੀਂ ਦੇਣੀ। ਥੋੜੇ ਦਿਨ ਪਹਿਲਾਂ ਮੈਂ ਕਿਤੇ ਬੈਠਾ ਸੀ ਤੇ ਮੇਰੇ ਚਾਚੇ ਦਾ ਫੋਨ ਆਉਂਦਾ, ਕਹਿੰਦਾ ਯਾਰ ਪੈਗ ਪਿਆ, ਮੈਂ ਤੈਨੂੰ ਕਿੰਨਾ ਚਾਹੀਦਾ। ਅਸੀਂ ਉਸੇ ਵੇਲੇ ਮੈਂ ਤੇ ਹਰਕਰਨ ਬੈਠੇ ਸੀ, ਅਸੀਂ ਬਠਿੰਡੇ ਗਏ ਤੇ ਅਸੀਂ ਲਿਆ ਕੇ ਉਹਨੂੰ ਫੜਾਇਆ। ਤੇ ਮੈਨੂੰ ਜਦੋਂ ਮੈਂ ਫੜਾਉਣ ਲੱਗਾ ਕਹਿੰਦਾ ਯਾਰ ਇੰਨੀ ਬਾਟ ਜਾਣ ਦੀ ਲੋੜ ਸੀ। ਮੈਂ ਡਾਇਲੌਗ ਬੋਲਣਾ ਚਾਹੁੰਦਾ ਸੀ, ਪਤਾ ਨਹੀਂ ਕਿਉਂ ਨਹੀਂ ਬੋਲਿਆ, ਵੀ ਦਾਰੂ 'ਚ ਤਾਂ ਤੈਨੂੰ ਨਮਾ ਦਿਆਂ। ਹੁਣ ਜੇ ਤੁਹਾਡੇ ਦਿਮਾਗ ਦੇ ਵਿੱਚ ਆਹ ਗੱਲ ਸੁਣਨ ਤੋਂ ਬਾਅਦ ਕੋਈ ਗੰਦਗੀ ਭਰੀ ਵੀ ਆ ਤਾਂ ਤੁਹਾਨੂੰ ਇਸ ਗੱਲ 'ਚ ਦਾਰੂ ਨਜ਼ਰ ਆਉਣੀ ਆ ਸਿਰਫ। ਜੇ ਤੁਹਾਡੇ ਦਿਮਾਗ 'ਚ ਪਿਆਰ, ਸਨੇਹ, ਚੱਜ ਦੀਆਂ ਚੀਜ਼ਾਂ ਭਰੀਆਂ ਤਾਂ ਤੁਹਾਨੂੰ ਇਸ ਸਾਰੀ ਗੱਲ 'ਚ ਚਾਚੇ ਤੇ ਭਤੀਜੇ ਦਾ ਰਿਸ਼ਤਾ ਹੀ ਨਜ਼ਰ ਆਉਣਾ ਹੈ। ਗੱਲ ਦਾਰੂ ਦੀ ਨਹੀਂ, ਇਹ ਤਾਂ ਮਾਲ ਬਾਬਾ ਹੀ, ਇੱਥੇ ਤਾਂ ਜਿਹੜਾ ਆਉਂਦਾ ਨਮਾ ਕੇ ਭੇਜਦੇ ਆ। ਇਹ ਕਲਚਰ ਹੈ ਯਾਰ। ਹੁਣ ਕੀ ਕਰਗੇ, ਸਿੱਟਿਆ ਕੇ ਕਿਸੇ ਪਾਸੇ ਹੋਰ ਪਾਸੇ ਥੋੜੀ ਸਿੱਟ ਕੇ ਆਇਆ ਜਾਂਦਾ ਹੁੰਦਾ। ਤਾਂ ਮੈਂ ਗੱਲ ਕਰਦਾ ਉਹ ਰਿਸ਼ਤਿਆਂ ਦੀ, ਕਿੰਨੀ ਉਹ ਬੌਂਡਿੰਗ ਆ, ਕਿੰਨੇ ਪਿਆਰੇ ਰਿਸ਼ਤੇ ਆ। ਇਹ ਬੱਚੇ ਬਾਰੇ ਵੀ ਇਹ ਕਹਿੰਦੇ ਵੀ ਆਪਦੇ ਬਾਪੂ ਨਾਲ ਘੱਟ ਬਾਹਰ ਜਾਂਦਾ ਹੁੰਦਾ ਸੀ, ਤਾਏ ਨਾਲ ਵੱਧ ਜਾਂਦਾ ਹੁੰਦਾ ਸੀ। ਫਿਰ ਤਾਏ ਦੇ ਮਨ ਨੂੰ ਇਹ ਜਿਹੀ ਕਿਹੜੀ ਲੱਗੀ, ਕਈ ਉਹਨਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਆ ਵੀ ਇਹਨਾਂ ਦਾ ਥੋੜਾ ਦਿਮਾਗੀ ਤੌਰ ਤੇ ਵੀ ਅਪਸੈਟ ਸੀ ਘਰ ਦੀ। ਬਈ ਉਹ ਇਹ ਸੀਗਾ ਕਿਉਂਕਿ ਉਹਨਾਂ ਦੇ ਜਿਨ੍ਹਾਂ ਨੇ ਮਾਰਿਆ, ਜਿਹੜੇ ਦੋਸ਼ੀ ਨੇ, ਉਹਨਾਂ ਦੇ ਬੇਟੇ ਦਾ ਬਿਆਨ ਆਉਂਦਾ, ਕਹਿੰਦੇ ਇਹਨਾਂ ਦੇ ਦਿਮਾਗ ਦਾ ਵੀ ਆਪਰੇਸ਼ਨ ਹੋਇਆ, ਪੁਲਿਸ ਵੀ ਇਹ ਕਹਿੰਦੀ ਆ 5 ਸਾਲ ਪਹਿਲਾਂ ਦਿਮਾਗ ਦਾ ਆਪਰੇਸ਼ਨ ਹੋਇਆ ਸੀ। ਤੇ ਜਿਹੜਾ ਦੋਸ਼ੀ ਆ ਉਹਦਾ ਬੇਟਾ ਕਹਿੰਦਾ ਕਿ ਦਿਮਾਗੀ ਅਪਸੈਟ ਆ। ਹਾਂ, ਘਰ ਦੀ ਕਦੇ ਸੂਈ ਸਿੱਟੀ ਆ ਬਾਹਰ, ਕੀ ਦਿਮਾਗੀ ਅਪਸੈਟ ਭਤੀਜੇ ਪ੍ਰਤੀ ਸੀ, ਇਹ ਵੀ ਦੇਖ ਲਓ ਯਾਰ। ਮੈਂ ਤਾਂ ਸਵਾਲ ਕਰੂੰਗਾ, ਜੇ ਇਸ ਘਟਨਾ ਤੋਂ ਬਾਅਦ ਵੀ ਅਸੀਂ ਸਵਾਲ ਨਹੀਂ ਕਰਦੇ ਯਾਰ ਸੋਸਾਇਟੀ 'ਚ ਇਸ ਗੱਲ ਨੂੰ ਲੈ ਕੇ, ਤੇ ਫਿਰ ਅਸੀਂ ਵੀ ਮਾੜੇ ਆ ਕਿਸੇ ਪਾਸਿਓਂ, ਕਾਣੇ ਆ ਅਸੀਂ ਕਿਸੇ ਪਾਸਿਓਂ। ਸਵਾਲ ਤਾਂ ਬੜੇ ਬੇਸਿਕ ਆ ਗਗਨ। ਇੱਕ ਸਾਡੀ ਹਉਮੈ ਐਡੀ ਵੱਧ ਗਈ ਯਾਰ, ਅਸੀਂ ਇਨਸਾਨ ਦੇ ਤੌਰ ਤੇ ਇੰਨੇ ਕਿਉਂ ਗਰਕਦੇ ਜਾਂਦੇ ਆ ਵੀ ਅਸੀਂ ਇੱਕ ਨਿੱਕੀ ਜਿਹੀ ਗੱਲ ਪਿੱਛੇ, ਇੱਕ ਉਹਨਾਂ ਨੇ ਕਿਹਾ ਵੀ ਇਹਦੀ ਪੁਲਿਸ ਇਨਵੈਸਟੀਗੇਸ਼ਨ 'ਚੋਂ ਇੱਕ ਗੱਲ ਕਈ ਚੈਨਲਾਂ ਤੇ ਮੈਂ ਸੁਣੀ ਹੈ, ਮੈਂ ਪੁਖਤਾ ਨਹੀਂ ਕਰਦਾ, ਵੀ ਸ਼ਾਇਦ ਪੁਲਿਸ ਇਨਵੈਸਟੀਗੇਸ਼ਨ 'ਚ ਉਹ ਭਾਈ ਇਹ ਵੀ ਮੰਨਿਆ ਵੀ ਇਹ ਤਾਂ ਜੀ ਉਹਦੀ ਭਾਬੀ ਮੈਨੂੰ ਸ਼ਾਇਦ ਜਵਾਕ ਦੀ ਮਾਂ, ਅਸਲ 'ਚ ਉਹ ਕੀ ਸੀ, ਜਿਹੜਾ ਜਵਾਕ ਆ ਉਹਦੀ ਜਿਹੜੀ ਮਾਂ ਸੀਗੀ, ਉਹ ਦੋਨੇ ਭੈਣਾਂ ਇੱਕ ਘਰ 'ਚ ਬੈਠੀਆਂ ਹੋਈਆਂ ਸੀ। ਉਹ ਜਿਹੜਾ ਦੋਸ਼ੀ ਆ ਮਾਰਨ ਵਾਲਾ ਜਵਾਕ ਨੂੰ, ਉਹਦਾ ਤਾਇਆ ਵੀ ਆ ਤੇ ਉਹਦੇ ਮਾਸੜ ਵੀ ਆ। ਉਹ ਹੁਣ ਇਹ ਗੱਲ ਆਖ ਰਿਹਾ, ਕਹਿੰਦਾ ਇੱਕ ਮੁੰਡਾ ਜਿਹੜਾ ਸਹਿਜਪ੍ਰੀਤ ਬੱਚਾ ਮਾਰਿਆ, ਕਹਿੰਦਾ ਇਹਦੀ ਮਾਂ ਮੈਨੂੰ ਰਾਮੂ ਰਾਮੂ ਕਹਿ ਕੇ ਬੁਲਾਉਂਦੀ ਸੀ। ਦੱਸੋ ਇਹ ਗੱਲ ਕੋਈ? ਹਾਂ, ਵੀ ਐਦੂ ਵੱਧ ਹੁਣ ਹਉਮੈ ਕੀ ਹੋਊਗੀ ਸਾਨੂੰ? ਕਿਹੜੀ ਹੰਕਾਰ ਦੀ ਪੰਡ ਚੱਕੀ ਫਿਰਦੇ ਆ ਧਰਤੀ ਤੇ, ਲੀਕਾਂ ਮਾਰ ਕੇ ਐਵੇਂ ਯਾਰ ਲੜੀ ਜਾਂਦੇ ਆ, ਭਿੜੀ ਜਾਂਦੇ ਆ। ਠੀਕ ਆ ਯਾਰ, ਕੁਛ ਜੇ ਨਿੱਕੀਆਂ ਚੀਜ਼ਾਂ ਤੋਂ ਥੋੜਾ ਜਿਹਾ ਤਾਂ ਸਾਨੂੰ ਸੋਚਣਾ ਪਊ ਨਾ। ਜੇ ਸਾਨੂੰ ਰੌਲਾ ਪਊਗਾ ਆਪਦੇ ਹੀ ਆਉਣਗੇ। ਵੈਸੇ ਤਾਂ ਮੈਂ ਇਸ ਉਦਾਹਰਨ ਨਾਲ ਵੀ ਨਹੀਂ, ਜਿਹੜੀ ਉਹ ਕਹਾਵਤ ਹੈ ਵੀ ਆਪਦਾ ਮਾਰੂ ਤੇ ਛਾਵੇਂ ਸਿੱਟੂ, ਆਪਦਾ ਮਾਰੂ ਹੀ ਕਿਉਂ ਬਈ, ਕਿਉਂ ਮਾਰੇ ਆਪਦਾ ਨਾਲ ਖੜੇ, ਕੰਮ ਹੋਰ ਵਧੂਗਾ। ਅਸੀਂ ਯਾਰ ਜਦੋਂ ਕੋਈ ਮਰ ਜਾਂਦਾ, ਉਹ ਰਿਸ਼ਤਿਆਂ 'ਚ ਵੀ ਮੈਂ ਦੇਖਿਆ, ਜਿਉਂਦੇ ਜੀ ਇੱਕ ਦੋ ਭਰਾ ਦੇ ਦੁਸ਼ਮਣ ਬਣੇ ਰਹਿਣਗੇ, ਜਦੋਂ ਮਰ ਜਾਂਦਾ ਫਿਰ ਬਿਰਲਾਪ ਬੈਣ ਪਾਈ ਜਾਂਦੇ ਆ ਯਾਰ ਜਿਹਦਾ ਕਰਨਾ ਘੱਟ ਕਰ ਲਓ, ਜਿਉਂਦੇ ਜੀ ਕਰ ਲਓ ਬਾਈ, ਜਿੰਨਾ ਵੀ ਤੁਸੀਂ ਕਰ ਸਕਦੇ ਹੋ। ਮੈਂ ਜੇ ਗੱਲ ਕਹਿ ਰਿਹਾ, ਮੇਰੇ ਕੋਲੇ ਮੋਰਲ ਅਥਾਰਟੀ ਆ ਗਗਨ ਕਹਿਣ ਦੀ। ਜੇ ਮੇਰੇ ਕੋਲੇ ਮੋਰਲ ਅਥਾਰਟੀ ਨਾ ਹੁੰਦੀ, ਮੈਂ ਗੱਲ ਨਹੀਂ ਸੀ ਕਹਿੰਦਾ ਵੀ ਭਰਾਵਾਂ ਦਾ ਕਰ ਲਓ। ਤੁਹਾਡੇ ਭਰਾ ਤੁਹਾਡੀ ਰਹਿਣਗੇ, ਜਿਹੜਾ ਆਪਦੇ ਭਰਾਵਾਂ ਦਾ ਕਰਦਾ ਉਹੀ ਕਿਸੇ ਦਾ ਕਰ ਸਕੂਗਾ, ਬਗਾਨੇ ਦਾ ਵੀ ਨਹੀਂ। ਅਗਲਾ ਕਹੂ ਤੂੰ ਕਿਸੇ ਦਾ ਕੀ ਕਰੇਂਗਾ, ਉਹ ਆਪਦੇ ਭਰਾਵਾਂ ਨੂੰ ਤਾਂ ਤੂੰ ਐ ਮਾਂਜੀ ਬੈਠਾ, ਐਂ ਕੂੰਜੇ ਲਾਈ ਬੈਠਾ। ਅੱਖ ਜੇ ਭਰਾਵਾਂ ਦੀ ਦੂਜੇ ਭਰਾ ਦੀ ਜ਼ਮੀਨ ਤੇ ਆ, ਐਂਡ ਤੇ ਤਾਂ ਗੱਲਾਂ ਇੱਥੇ ਹੀ ਜਾਂਦੀਆਂ ਨੇ, ਲਾਲਚੀ ਆ। ਹਉਮੈ ਵੀ ਕਿਉਂ ਆ ਬੰਦੇ 'ਚ,
ਹਉਮੈ ਆਉਂਦੀ ਹੈ ਕਿਸੇ ਗੱਲ ਨੂੰ ਲੈ ਕੇ ਵੀ ਮੇਰੇ ਕੋਲੇ ਤਾਂ ਆ ਯਾਰ, ਮੈਨੂੰ ਐ ਸਿੱਧਾ ਨਾ ਲੈ ਕੇ ਕਿਵੇਂ ਬੁਲਾਇਆ ਜਾ ਸਕਦਾ। ਆਹੀ ਹਉਮੈ ਹੀ ਹੈ ਨਾ, ਕਾਰਨ ਤਾਂ ਉਹਦੇ ਪਿੱਛੇ ਜ਼ਮੀਨ ਹੀ ਹੈ ਨਾ, ਘਰ ਹੀ ਆ, ਉਹੀ ਘਰ। ਘਰੇ ਤੂੰ ਕੁੱਤੇ ਰੱਖ ਲਾ, ਜਦੋਂ ਕੋਈ ਬਗਾਨਾ ਆਊ ਭੌਂਕਣਗੇ। ਪਤਾ ਕਿਉਂ ਭੌਂਕਦੇ ਆ? ਉਹ ਕਹਿੰਦੇ ਆ ਘਰ ਸਾਡਾ। ਕਿਰਲੀਆਂ ਕਹਿੰਦੀਆਂ ਘਰ ਸਾਡਾ। ਬਿੱਲੀ ਰੱਖ ਲਾ, ਉਹ ਕਹੂ ਘਰ ਮੇਰਾ। ਘਰ ਹੈ ਕਿਹਦਾ? ਚਮਚੜੀਕਾਂ ਜਿਹੜੀਆਂ ਲੱਗੇ ਰਹਿੰਦੇ ਹੁੰਦੇ ਚਮਗਿੱਦੜ ਤਾਂ ਛੱਤਾਂ ਨੂੰ, ਉਹ ਕਹਿੰਦੇ ਆ ਘਰ ਸਾਡਾ। ਅਸੀਂ ਕਈ ਵਾਰੀ ਜੇ ਸੜਕ ਤੇ ਜਾਂਦੇ ਹੋਗੇ ਵਾਰਾ, ਕਈ ਵਾਰੀ ਪਸ਼ੂ ਆ ਜੇ, ਮੇਰੇ ਅਕਸਰ ਹੀ ਨਾਲ ਦੇ ਬੈਠੇ ਬੰਦੇ ਕਹਿੰਦੇ ਹੁੰਦੇ ਆ ਵੀ ਇਹਨਾਂ ਨੂੰ ਕੀ ਯਾਰ ਇਹ ਉਹੀ ਤੁਰੇ ਫਿਰਦੇ ਆ। ਤਾਂ ਮੈਂ ਪਤਾ ਹੀ ਨਹੀਂ ਕਿਉਂ, ਹਾਲਾਂਕਿ ਪੁੱਠਾ ਵੀ ਕਈ ਲੋਕ ਸੋਚਣਗੇ, ਵੀ ਮੇਰੇ ਦਿਮਾਗ 'ਚ ਤਾਂ ਇਹ ਆਉਂਦਾ ਵੀ ਜੇ ਕੱਚੇ ਥਾਂ ਦੇ ਉੱਤੇ ਕੰਕਰੀਟ ਪਾ ਕੇ ਅਸੀਂ ਰੱਖਦਾ, ਹੁਣ ਜਾਨਵਰਾਂ ਨੂੰ ਇਹ ਥੋੜੀ ਪਤਾ ਵੀ ਇਹ ਹੁਣ ਬੰਦੇ ਇਹ ਕਹਿੰਦੇ ਆ ਵੀ ਇਹ ਤੇ ਚੱਲਣ ਦਾ ਹੱਕ ਸਾਡੇ ਕੋਲ ਹੀ ਆ। ਗੱਲ ਧਰਤੀ ਜਾਂ ਮਨੁੱਖ ਹੋਣ ਦੀ ਬੁਨਿਆਦੀ ਸਮਝ ਦੀ ਆ। ਮੈਂ ਚਾਚੇ ਤੋਂ ਮੈਨੂੰ ਫਿਰ ਇੱਕ ਗੱਲ ਯਾਦ ਆਈ। ਹੁਣ ਚਾਚਾ ਤੇ ਤਾਇਆ ਇੱਕੋ ਜਿਹੀ ਹੈ। ਇਹ ਰਿਸ਼ਤਿਆਂ 'ਚ ਆਏ ਨਾ ਸੋਚੋ ਵੀ ਇਹ ਤਾਂ ਚਾਚੇ ਦੀ ਗੱਲ ਕਰੀ ਜਾਂਦਾ, ਉਹ ਤਾਇਆ ਸੀ। ਜਸਟ ਇੰਨਾ ਕੁ ਤਾਏ ਲਈ ਰਿਸਪੈਕਟ ਇਦੋਂ ਵੀ ਵੱਧ ਹੁੰਦੀ ਆ। ਚਾਚੇ ਨਾਲ ਇਹਨਾਂ ਦੇ ਚਾਚਾ ਤਾਂ ਸਾਡਾ ਯਾਰ ਵੀ ਹੋ ਸਕਦਾ, ਇਹ ਹੁੰਦਾ ਵੀ ਤਾਏ ਨਾਲ ਥੋੜਾ ਛੇਪ ਹੁੰਦੀ ਹੈ, ਜਿਵੇਂ ਕਿੰਨੇ ਦਬਦੇ ਹੁੰਦੇ ਆ। ਚਾਚਾ ਪਿੰਡ ਦੀ ਜੂਹ ਤੱਕ ਚਾਚਾ ਹੁੰਦਾ, ਬਾਅਦ ਚੋਂ ਡਾੜੀ ਹੁੰਦਾ। ਚਾਚਾ ਤੇ ਮਾਮਾ ਦੋ ਇਹੋ ਜਿਹੀਆਂ ਸਕੀਰੀਆਂ। ਤੁਸੀਂ ਬਾਹਰ ਜਾ ਕੇ ਹਨਾ ਵੀ ਜੇ ਕਿਤੇ ਗਏ ਮੇਲੇ ਗਏ ਆ ਜਾਂ ਕਿਤੇ ਹੋਰ ਗਏ ਆ, ਫਿਰ ਚਾਚਾ ਤੁਹਾਡਾ ਆੜੀ ਆ, ਮਾਮਾ ਤੁਹਾਡਾ ਆੜੀ ਆ, ਤਾਇਆ ਆੜੀ ਨਹੀਂ। ਤਾਏ 'ਚ ਪਿਓ ਵਾਲੀ ਝੇਫ ਵੱਧ ਆ, ਇਸ ਲਈ ਤਾਏ ਦੀ ਰਿਸਪੌਂਸਿਬਿਲਟੀ ਵੱਧ ਆ। ਮੈਂ ਕਿਉਂ ਗੱਲ ਕਰ ਰਿਹਾ, ਆਪਣਾ ਮਕਸਦ ਕੀ ਆ ਵੀਡੀਓ ਬਣਾਉਣ ਦਾ? ਮਕਸਦ ਇੱਕ ਹੀ ਆ ਕਿ ਭਾਈ ਤੁਸੀਂ ਬੈਠ ਕੇ ਸੋਚੋ ਯਾਰ, ਰਿਲੈਕਸ ਹੋ ਕੇ ਕਿੱਧਰ ਨੂੰ ਤੁਰੇ ਜਾਂਦੇ ਆ ਯਾਰ। ਜੇ ਤੁਹਾਡੇ ਕੋਈ ਬੰਦਾ ਪਰਿਵਾਰ ਦੇ ਵਿੱਚ ਕੋਈ ਇਹੋ ਜੀ ਗੱਲ ਵੀ ਕਰਦਾ ਨਾ ਵੀ ਯਾਰ ਇਹ ਫਲਾਨੇ ਤਾਂ ਆਪਣਾ ਆਹ ਨੁਕਸਾਨ ਕਰੀ ਜਾਂਦੇ ਆ, ਮੇਰਾ ਭਰਾ ਆਏ ਆ, ਤਾਂ ਫਿਰ ਆਪਣੇ ਉਸ ਪੁੱਤ ਦਾ ਹਨਾ, ਉਸ ਘਰ ਵਾਲੀ ਦਾ, ਆਪਦੇ ਘਰ ਵਾਲੇ ਨੂੰ ਸਮਝਾਉਣ ਦਾ ਵੀ ਫਰਜ਼ ਆ ਵੀ ਕੋਈ ਐਡੀ ਗੱਲ ਨਹੀਂ। ਬਹੁਤ ਇੱਥੇ ਖਾਲੀ ਹੱਥ ਤੁਰ ਗਏ ਆਪਾਂ, ਕੋਈ ਇੱਥੇ ਪਰਮਾਨੈਂਟ ਨਹੀਂ ਰਹਿਣਾ। ਸੋਚ ਕੇ ਦੇਖੋ ਸਾਡੀ ਕੀ ਔਕਾਤ ਹੈ ਇਸ ਬ੍ਰਹਿਮੰਡ 'ਚ, ਤਾਂ ਰਹਿਣਾ ਕਿੰਨੀ ਕੁ ਚਿਰ ਆ ਅਸੀਂ? ਕੋਈ ਪਤਾ ਨਹੀਂ, ਤੁਰੇ ਜਾਂਦੇ ਦਾ ਪੜਾਕਾ ਪੈ ਜੇ ਇੱਥੇ ਹੀ ਰਹਿ ਜਾਣਾ। ਫਿਰ ਵੀ ਤਾਂ ਜੇ ਹੁਣ ਹਉਮੈ ਵੀ ਸੀਗੀ ਤੇ ਹੁਣ ਤਾਂ ਜੇਲ੍ਹ 'ਚ ਹੀ ਉਹ ਭਰਾ ਜਾਊਗਾ। ਹੁਣ ਕਿਹੜੀ ਹਉਮੈ ਰਹਿ ਗਈ ਗਗਨ? ਅਸਲ 'ਚ ਭਾਈ ਇਹ ਵੀ ਆ ਨਾ, ਬਹੁਤ ਇਹ ਵੀ ਦੇਖਦੇ ਨਾ, ਅਸਲ 'ਚ ਜਿਹੜੀ ਜ਼ਹਿਰ ਆ ਇਹ, ਹੁਣ ਤਾਂ ਚਲੋ ਤੇ ਉਹ ਵੱਡਾ ਬੰਦਾ ਸੀ, ਇਹ ਬੱਚਿਆਂ ਦੇ ਮਨਾਂ 'ਚ ਵੀ ਭਰੀ ਜਾਂਦੀ ਹੈ, ਪਰਿਵਾਰਾਂ 'ਚ ਵੀ ਭਰੀ ਜਾਂਦੀ ਆ। ਗੱਲਾਂ ਘਰਾਂ 'ਚ ਹੀ ਹੁੰਦੀਆਂ ਨੇ, ਆਹੀ ਬੁੜੀਆਂ ਜਾਂ ਬੰਦੇ ਇਹੀ ਤਾਂ ਜ਼ਹਿਰਾਂ ਭਰਦੇ ਨੇ ਨਾ ਬੱਚਿਆਂ ਦੇ। ਜਦੋਂ ਛੋਟਾ ਹੁੰਦਾ ਉਹਨਾਂ ਦੇ ਸਾਹਮਣੇ ਤੁਸੀਂ ਤੁਹਾਡਾ ਰੌਲਾ ਅਲੱਗ ਚੀਜ਼ ਆ, ਪਰ ਜਦੋਂ ਉਹਨਾਂ ਦੇ ਸਾਹਮਣੇ ਹੀ ਜਾਂ ਗੱਲਾਂ ਕਰੋਗੇ, ਚਾਚੇ ਤਾਇਆਂ ਪ੍ਰਤੀ ਜ਼ਹਿਰ ਭਰੋਗੇ, ਤਾਂ ਹੋ ਸਕਦਾ ਭਤੀਜੇ ਵੀ ਤਾਂ ਬਥੇਰੇ ਖਬਰਾਂ ਆਉਂਦੀਆਂ ਨੇ ਕਿ ਚਾਚੇ ਦਾ ਤਾਏ ਦਾ ਕਤਲ ਕਰਤਾ। ਨਹੀਂ, ਗੱਲ ਤਾਂ ਇਹੀ ਸਮਝਣ ਵਾਲੀ ਹੁੰਦੀ ਹੈ ਨਾ। ਜਦੋਂ ਲੜਾਈਆਂ 'ਚ ਵੱਡੇ ਬੱਚਿਆਂ ਨੂੰ ਇਨਵੋਲਵ ਕਰ ਲੈਂਦੇ, ਅਸੀਂ ਬਚਪਨ ਤੋਂ ਹੀ ਜ਼ਹਿਰ ਭਰਨਾ ਸ਼ੁਰੂ ਕਰ ਦਿੰਦੇ ਆ। ਤੇ ਇਹ ਵੱਡਿਆਂ ਨੂੰ ਵੀ ਸਮਝਣਾ ਚਾਹੀਦਾ ਵੀ ਯਾਰ ਲੜਾਈ ਤੁਹਾਡੇ 'ਚ ਆ, ਤੁਹਾਡੇ ਜਵਾਕਾਂ ਨੂੰ ਲੜਾਈ ਤੁਹਾਡੇ 'ਚ ਆ, ਤੁਹਾਡੇ ਜਵਾਕਾਂ ਨੂੰ ਘੱਟੋ ਘੱਟ ਜੇ ਕੋਈ ਬਚਦਾ ਨਾ ਇਸ ਅੱਗ ਤੋਂ, ਇਸ ਜ਼ਹਿਰ ਤੋਂ, ਉਹਨੂੰ ਬਚਾ ਲਓ। ਮੈਂ ਛੋਟੀ ਜਿਹੀ ਉਦਾਹਰਨ ਦਿੰਦਾ, ਬੱਚੇ ਕਿਵੇਂ ਬਚੇ ਹੁੰਦੇ ਆ ਇਹਨਾਂ ਗੱਲਾਂ ਤੋਂ। ਇਹ ਕਹਾਣੀ ਮੈਨੂੰ ਕਿਸੇ ਨੇ ਸੁਣਾਈ ਸੀ, ਮੇਰਾ ਦੋਸਤ ਇੱਕ ਸਾਹਿਤ ਬਹੁਤ ਪੜ੍ਹਦਾ। ਕਹਾਣੀ ਮੈਂ ਸੁਣੀ, ਮੈਨੂੰ ਨਹੀਂ ਪਤਾ ਉਹਨੇ ਕਿਤੇ ਪੜ੍ਹੀ ਸੀ, ਉਹਨੇ ਆਪ ਘੜੀ ਆ ਜਾਂ ਕਿਸੇ ਦੀ ਗੱਲ ਆ। ਉਹ ਐ ਸੀ ਵੀ ਇੱਕ ਵਾਰੀ ਕਿਸੇ ਬੰਦੇ ਦੀ ਆਪਦੇ ਭਤੀਜੇ ਦੀ ਜ਼ਮੀਨ ਤੇ ਅੱਖ ਮਾੜੀ ਹੋ ਜਾਂਦੀ ਆ, ਕਿਉਂਕਿ ਭਤੀਜੇ ਦਾ ਜਿਹੜਾ ਡੈਡੀ ਹੈ, ਜਾਣੀ ਕਿ ਉਹ ਬੰਦੇ ਦਾ ਭਰਾ ਪਹਿਲਾਂ ਹੀ ਗੁਜ਼ਰਿਆ ਵਾ ਹੁੰਦਾ। ਮੈਂ ਫੜ ਲੈਣਾ ਮਾਈਕ, ਕੋਈ ਗੱਲ ਨਹੀਂ, ਕਰ ਲਓ ਬਾਹਾਂ, ਠੀਕ ਹਾਂ। ਤਾਂ ਮਤਲਬ ਬੰਦੇ ਦਾ ਭਰਾ ਗੁਜ਼ਰਿਆ ਵਾ, ਉਹਦਾ ਭਤੀਜਾ ਤੇ ਭਾਬੀ ਹੀ ਆ। ਬੰਦੇ ਦੇ ਮਨ 'ਚ ਪਾਪ ਆ ਜਾਂਦਾ ਵੀ ਜੇ ਮੈਂ ਆਪਦਾ ਭਤੀਜਾ ਮਾਰ ਦਿਆਂ ਤਾਂ ਇਹਦੀ ਵੀ ਸਾਰੀ ਜ਼ਮੀਨ ਮੇਰੇ ਕੋਲੇ ਆ ਜੂ, ਕਿਉਂਕਿ ਵੀ ਮੇਰੀ ਭਾਬੀ ਇਕੱਲੀ ਕਿੱਥੇ ਜ਼ਮੀਨ ਲੈ ਕੇ ਜਾਊਗੀ ਜਾਂ ਸਾਂਭਦੀ ਫਿਰੂ, ਮੈਂ ਨੱਪ ਲੂੰ। ਉਹ ਬੰਦਾ ਲੁੱਕ ਕੇ ਖੜ ਜਾਂਦਾ ਵੀ ਅੱਜ ਆਥਣ ਦਾ ਵੇਲਾ ਤੇ ਮੇਰਾ ਭਤੀਜਾ ਇੱਧਰ ਦੀ ਟੱਪੂਗਾ ਤੇ ਮੈਂ ਫੜ ਕੇ ਮਾਰ ਦੂੰ। ਮੂੰਹ ਸਿਰ ਲੁਕੋ ਲੈਂਦਾ। ਦੋ ਜਵਾਕ ਤੁਰੇ ਆਉਂਦੇ ਆ, ਇੱਕ ਉਹਦਾ ਭਤੀਜਾ, ਇੱਕ ਇੱਕ ਬੱਚਾ ਹੋਰ ਸੀ। ਤਾਂ ਜਿਹੜਾ ਨਾਲ ਬੱਚਾ ਹੁੰਦਾ ਉਹ ਉਹਦੇ ਭਤੀਜੇ ਨੂੰ ਕਹਿੰਦਾ ਯਾਰ ਫਲਾਨਾ ਤੇਰੇ ਬਾਰੇ ਨਾ ਬਹੁਤ ਕਚੀਚੀਆਂ ਵੱਟਦਾ, ਤੂੰ ਉਧਰ ਨਾ ਜਾਈਂ, ਤੈਨੂੰ ਕੁੱਟੂ। ਤੇ ਉਹਦਾ ਭਤੀਜਾ ਬੰਦੇ ਦਾ ਜਵਾਬ ਦਿੰਦਾ ਉਹ ਬੱਚੇ ਨੂੰ, ਕਹਿੰਦਾ ਐ ਕਿਵੇਂ ਕੁੱਟੂ? ਮੇਰਾ ਚਾਚਾ ਆਜੂ, ਰਗਾਂ ਪਾੜ ਦੂ, ਰਗਾਂ। ਬਾਈ ਮੇਰਾ ਗੱਚ ਭਰਦਾ ਗੱਲ ਕਹਿੰਦੇ ਦਾ, ਆ ਰਿਸ਼ਤਿਆਂ ਦਾ ਮਾਣ ਆ, ਰਗਾਂ ਪਾੜ ਦੂ। ਤੇ ਉਹ ਬੰਦਾ ਉੱਠ ਕੇ ਨਾ ਆਪਦੇ ਭਤੀਜੇ ਨੂੰ ਚੱਕ ਕੇ ਗੱਲ ਲਾ ਲੈਂਦਾ। ਅਸੀਂ ਕਦੇ ਮੇਰ ਕਰਕੇ ਦੇਖ ਗਏ, ਅਸੀਂ ਕਦੇ ਮਾਣ ਕਰਕੇ ਦੇਖ ਗਏ। ਆ ਜਿਹੜੇ ਦੌਰ ਚੱਲਿਆ ਨਾ ਗਗਨ ਬਾਈ, ਇਹ ਤਾਂ ਬਹੁਤ ਬਚਣ ਦੀ ਲੋੜ ਆ ਯਾਰ। ਕੁਛ ਵੀ ਤੁਹਾਡੀ ਆਜ਼ਾਦੀ, ਕੁਛ ਵੀ ਹੋਰ, ਕਿਉਂਕਿ ਜੇ ਅਸੀਂ ਬਾਹਰ ਵੀ ਜਾ ਰਹੇ ਆ, ਬਹੁਤ ਬੰਦਿਆਂ ਦਾ ਬਹਾਨਾ ਇਹੀ ਆ, ਅਸੀਂ ਰਿਸ਼ਤਿਆਂ ਬਾਰੇ ਥੋੜੇ ਜਿਹੇ ਹੋਰ ਸੀਰੀਅਸ ਹੋ ਗਏ
ਜਿੰਨੇ ਬਾਹਰ ਜਾਂਦੇ ਆ ਨਾ ਮੁੰਡੇ ਆਉਣਾ ਚਾਹੁੰਦੇ ਆ ਵਾਪਸ, ਬੀਬੀਆਂ ਕੁੜੀਆਂ ਕਿਉਂ ਨਹੀਂ ਆਉਣੀਆਂ ਚਾਹੁੰਦੀਆਂ? ਕਿਉਂਕਿ ਇੱਥੇ ਆ ਕੇ ਉਹ ਸੱਸਾਂ ਵਾਲੇ ਆਤੰਕ ਤੋਂ ਵੀ ਡਰਦੀਆਂ। ਅਸੀਂ ਇੱਥੇ ਨਹੀਂ ਰਿਸਪੈਕਟ ਕਰਦੇ, ਬਾਹਰ ਜਾ ਕੇ ਆਜ਼ਾਦੀ ਹੋ ਜਾਂਦੀ ਆ। ਇਹ ਵੀ ਇੱਕ ਰੀਜ਼ਨ ਆ ਲੋਕਾਂ ਦੇ ਬਾਹਰ ਜਾਣ ਦਾ। ਜੇ ਅਸੀਂ ਇੱਥੇ ਥੋੜਾ ਜਿਹਾ ਕੰਮ ਕਰ ਲਈਏ ਤੇ ਆਹ ਜ਼ਹਿਰ ਤੋਂ ਬੱਚਿਆਂ ਨੂੰ ਬਚਾ ਲਈਏ। ਜਿਹੜੀ ਜ਼ਹਿਰ ਸਾਡੇ ਮਨਾਂ 'ਚ ਭਰੀ ਵੀ ਆ, ਜਿਹਨੇ ਦੱਸਿਆ ਵਾ ਵੀ ਇਹ ਸ਼ਰੀਕਾ ਹੁੰਦਾ ਜੀ, ਜ਼ਮੀਨ ਹੁੰਦੀ ਆ, ਜ਼ਮੀਨ ਠੀਕ ਆ, ਕਿਸੇ ਕੋਲ 10 ਕਿੱਲੇ ਆ, ਫੇਰ ਕੀ ਹੋ ਜੂ? ਰਾਹ ਦੀ ਵੱਢ ਲੂ, ਕਿੱਲਾ ਨੱਪ ਲੂ, ਫੇਰ ਕੀ ਹੋ ਜੂ? 11 ਹੋ ਜਾਣਗੇ, ਭਾਗ ਧੋ ਕੇ ਪੀਜੂ ਕੋਈ ਕਿਸੇ ਦੇ ਗਗਨ। ਜਿਹਨੇ ਚਮਕਣਾ ਉਹਨੇ ਚਮਕੀ ਜਾਣਾ ਵੀਰ ਮੇਰਿਆ। ਸੂਰਜ ਲੁਕੇ ਨਹੀਂ ਰਹਿੰਦੇ ਹੁੰਦੇ ਕਦੇ। ਬੱਦਲਾਂ ਨੇ ਤਾਂ ਉਹਨਾਂ ਚਿਰ ਹੀ ਔਕਾਤ ਹੁੰਦੀ ਆ ਬੱਦਲਾਂ ਦੀ, ਤਾਂ ਬਸ ਜਿੰਨੀ ਚਿਰ ਬਣਿਆ ਜਦੋਂ ਉੱਡਣ ਤੇ ਆਉਂਦੇ ਆ। ਚਮਕਣਾ ਸੂਰਜ ਨੇ ਆ, ਚਮਕਣਾ ਸੱਚ ਨੇ ਆ ਵੀਰੇ। ਤਾਂ ਮੇਰੀ ਇਹ ਸਾਰਿਆਂ ਨੂੰ ਅਪੀਲ ਆ ਵੀ ਆਪਦੇ ਮਨ ਚੋਂ ਵੀ ਇਹ ਕੱਢੋ। ਇਹ ਕੰਪੀਟੀਸ਼ਨ ਇਹ ਹੋਰ ਆ ਆਪਾਂ ਚੈਨਲਾਂ 'ਚ ਵੀ ਦੇਖਦੀ ਆ, ਚੈਨਲਾਂ 'ਚ ਕੰਪੀਟੀਸ਼ਨ ਆ, ਬੰਦਿਆਂ 'ਚ, ਬਲੌਗਰਾਂ 'ਚ। ਐਂਡ ਤੇ ਸਾਰ ਇੱਕ ਆ ਮਿੱਤਰੋ, ਸਭ ਨੇ 2 ਵੇਲੇ ਦੀ ਖਾਣੀ ਆ ਤੇ ਇੱਕ ਵਾਰੀ ਮਰਨਾ। ਉਹ ਮਰਨ ਤੋਂ ਪਹਿਲਾਂ ਤੁਸੀਂ ਕਿਹੋ ਜਿਹੇ ਕੰਮ ਕਰਨੇ ਆ ਉਹ ਤੁਹਾਡੇ ਹੱਥ ਆ। ਕਿਉਂਕਿ ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਟ੍ਰੇਨਾਂ ਐਂ ਤੁਰਨੀਆਂ ਤਾਂ ਤੇ ਮੈਂ ਐਂ ਤੁਰ ਜਾਣਾ ਵੀਰੇ। ਸੋ ਬਈ ਅੱਜ ਵਾਲੀ ਗੱਲਬਾਤ ਦਾ ਮਕਸਦ ਸਾਰਾ ਇਹੀ ਸੀ ਕਿ ਆਪਾਂ ਰਿਸ਼ਤਿਆਂ ਨੂੰ ਸਮਝੀਏ। ਜ਼ਮੀਨਾਂ ਜਾਇਦਾਦਾਂ ਜਿਹੜੀਆਂ ਗੱਲਾਂ ਕੀਤੀਆਂ ਨੇ ਸਾਰੀਆਂ ਇੱਥੇ ਹੀ ਰਹਿ ਜਾਣੀਆਂ ਨੇ, ਪਰ ਸਾਡੇ ਨਾਲ ਜਦੋਂ ਤੱਕ ਅਸੀਂ ਇੱਥੇ ਜਿਉਂਦੇ ਆ, ਜਦੋਂ ਤੱਕ ਮਰਦੇ ਨਹੀਂ ਨਿਭਣਗੇ ਸਾਡੇ ਨਾਲ ਰਿਸ਼ਤੇ, ਜ਼ਮੀਨਾਂ ਨੇ ਜਾਇਦਾਦਾਂ ਨੇ ਨਹੀਂ ਨਿਭਣਾ।